श्लोक महला पहला। दुख दारू सुख रोग भय जहाँ सुख ताम ना होई। तू करता करना मैं नाही, जाओ करी न होई। बलिहारी कुदरत वसया तरंत ना जाई लखे याराव। जात में जोत जोत में जाता, अकल कला भरपूर है। तू सच्चा साहिब सिफ्त सवालियो जिन कीती सो पार पया। कहो नानक करते किया बातां, जो कुछ करना सो करे रहा महला दूजा। जोग शब्दं ज्ञान शब्दं वेद शब्दं ब्राह्मण खत्री शब्दं सूर शब्दं शूद्र शब्दं प्राकृत। सर्व शब्दं एक शब्दं जे को जाने पेव। नानक ताका दास है सोई निरंजन देव। एक कृष्णं सर्वदेवा देव देवात आत्मा आत्मा वासुदेवस जे को जाने पेयो। नानक ताका दास है सोई निरंजन देव। कुंभे बता जल रहे जल कुंभ न होए। ज्ञान का बता मन रहे गुर ज्ञान न होए। पौड़ी दान महेंडा तली खाक जे मिले तमस्तक। पढ़िया होवे गुनहगार ता ओमी साधन मारिए। काल कालना ते वे हो ना पचारिए। ऐसी कला न खेटिए जित गया हारिए। पढ़िया ते उमिया विचार अगे विचारिए। मोचले स्वगे मारिए मोचले स्वगे मारिए। हा काले कारण ते वहना पुचारिए। ऐसी कलाना खिड़ी जितर के गया हारिए। बढ़िया तो मैं विचार के विचारिए। मोहित ले स्वर्ग मारिए। मोहित ले स्वर्ग सो क्यों बिसरै जिन सब किछ दिया। सो क्यों बिसरै जे जीवन जिया। सो क्यों बिसरै जिन सब किछ दिया। सो क्यों बिसरै जिन सब किछ दिया। सो क्यों बिसरै जे जीवन जिया। सो क्यों बिसरै जे जीवन जिया। सो क्यों बिसरै जिन सब किछ दिया। सो क्यों बिसरै
जिन सब किछ दिया सो क्यों बिसरे जे जीवन जिया सो क्यों बिसरे जे जीवन जिया। सो क्यों बिसरे जे काल न भाने सो क्यों बिसरे जे काल न भाने सो क्यों बिसरे सो क्यों बिसरे जे किया जाने जे किया जाने जे किया जाने सो क्यों बिसरे जिन सब किछ दिया सो क्यों बिसरे जिन सब किछ दिया सो क्यों बिसरे जे जीवन जिया सो क्यों बिसरे जे जीवन जिया। सो क्यों बिसरे जे अग्न में राखे सो क्यों बिसरे जे अग्न में राखे गुर प्रसाद गुर प्रसाद को विरला लाखे सो क्यों बिसरे जिन सब किछ दिया सो क्यों बिसरे जिन सब किछ दिया सो क्यों बिसरे जे जीवन जिया सो क्यों बिसरे जे जीवन जिया। सो क्यों बिसरे जे बिखते काढ़े जन्म जन्म का टूटा गाढ़ है
ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਨਾਨਕ ਜਨ ਧਿਆਇਆ ਸੁਖ ਬਿਸਰੈ ਜਿਨ ਸਭ ਕਿਛ ਦਿਆ ਵਾਹਿਗੁਰੂ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਜੇ ਜੀਵਨ ਜੀਆ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਹਰ ਜੁਗ ਜੁਗ ਭਗਤ ਉਪਾਇਆ ਪੈਰ ਰੱਖਦਾ ਆਇਆ ਰਾਮ ਰਾਜ ਹਰਣਾ ਖਸ ਦੋਸਤ ਹਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰ ਅਨੰਦ ਕਾ ਪਿਠ ਦੇ ਨਾਮਦੇਵ ਮੋਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ। ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜੂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਇੱਕ ਚੁੱਲ੍ਹੇ ਰਨ ਚੜੇ, ਇੱਕ ਨਿਹਾਲੀ ਪੈਸਵਨ ਇੱਕ ਉਪਰਨ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਮਹਲਾ ਦੂਜਾ। ਆਪੇ ਸਾਜ ਕਰੇ ਆਪ ਜਾਈ ਫਿਰ ਰਖਿਆ ਤਿਸ ਵਿਚਨ ਤੁ ਪਾਏ ਕੈ ਦੇਖੇ ਥਾਪ ਥਾਪ ਕਿਸਨੋ ਕਹੀਏ ਨਾਨਕਾ ਸਭ ਕਿਛ ਆਪੇ ਆਪ ਸਭ ਕਿਛ ਆਪੇ ਆਪ ਓਡੇ ਓਡੇ ਕਿਆ ਵਡਿਆਈਆਂ ਕਿਛ ਕਹਿਣ ਨ ਜਾਏ ਸਕਤ ਕਦਰ ਕਰੀ ਦੇ ਜੀਆਂ ਰਿਜਕ ਸਮਾਏ ਸਾਇ ਕਰ ਕਮਾਵਣੀ ਤੁਰ ਛੋਟੀ ਤਿਨੈ ਪਾਏ ਨਾਨਕ ਕੀ ਵਾਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸੇ ਰਜਾਏ 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 ਸਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਵੱਡੇ ਕਿਉਂ ਜਾਇਆ ਕਿਸ ਕਾਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰਿੰਦ ਜਿਆਰ ਜਿਤ ਸੰਭਾਏ ਸਾਈ ਕਰ ਮਾਨ ਤਰ ਛੋਟੀ ਚਨੇ ਪਾਏ ਨਾਨਕ ਤੇ ਹਰਿ ਉਰਦ ਬਿਨਾ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸੇ ਰਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਭਾਵੈ ਤਿਉ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਹਰ ਲਾਜ ਰਖਾਏ। ਹਮ ਬਾਰਿਕ ਤੂ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾਏ। ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲਾਈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ। ਰਹਾਉ ਰਜ ਰਜ ਭੋਜਨ ਖਾਵਹੁ ਮੇਰੇ ਭਾਈ, ਅੰਮ੍ਰਿਤ ਨਾਮ ਰਿਦ ਮਾਹੇ ਧਿਆਈ। ਨਾਨਕ ਗੁਰ ਪੂਰੇ ਸਰਣਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਨਾਨਕ ਗੁਰ ਪੂਰੇ ਸਰਣਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹੱਲਾ ਪੰਜਵਾ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ
ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਬਣਾ ਰਹੇ ਹੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਪਾਵਨ 807 ਅੰਗ ਤੇ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 2-2 ਪੌੜੀਆਂ ਵਾਲੇ ਚੌਥੇ ਘਰ ਸੁਰਤਾਲ ਦੇ ਅੰਦਰ ਆਪ ਜੀ ਨੇ ਜੋ ਸ਼ਬਦ ਬਖਸ਼ਿਸ਼ ਕੀਤੇ ਹਨ ਉਹ ਸੋ ਚੱਲ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਵਿੱਚ ਸਾਡੇ ਜੀਵਨ ਕਾਲ ਦੌਰਾਨ ਕਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਜੀਵਨ ਵਰਸਾਉਂਦਾ ਕਿਵੇਂ ਹੈ। ਗੁਰੂ ਸਾਹਿਬ ਦੇ ਨਾਲ ਜੁੜ ਕੇ ਜੇ ਆਪਾਂ ਜ਼ਿੰਦਗੀ ਬਤੀਤ ਕਰਾਂਗੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਵਾਲੇ ਬਣ ਕੇ, ਗੁਰੂ ਤੋਂ ਨਾਮ ਦੀ ਦਾਤ ਲੈ ਕੇ ਉਹਦਾ ਆਰਾਧਨ ਕਰਕੇ ਸੇਵਾ ਸਿਮਰਨ ਦੇ ਵਿੱਚ ਮਨ ਨੂੰ ਲਾ ਕੇ ਤਨ ਨੂੰ ਲਾ ਕੇ ਜੇ ਆਪਾਂ ਜੀਵਨ ਬਤੀਤ ਕਰਦੇ ਆਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲ ਨਿਭਦੇ ਅੰਗ ਸੰਗ ਹਨ। ਕਿਵੇਂ ਪੈਜ ਰੱਖਦੇ ਨੇ। ਸਾਡੇ ਦੁਨਿਆਵੀ ਕਾਰਜ ਵੀ, ਵਿਵਹਾਰਕ ਕਾਰਜ ਵੀ, ਪਰਮਾਰਥਕ ਕਾਰਜ ਵੀ ਤੇ ਰੋਗ ਆਦਿਕ ਜੋ ਹਨ ਸਰੀਰ ਦੇ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਚੱਕ ਦਿੰਦੇ ਨੇ। ਇਹ ਰਹਿਮਤਾਂ ਕਰਦੇ ਹਨ। ਮਨ ਬਾਣੀ ਸਰੀਰ ਕਰਕੇ ਨਿਹਾਲ ਕਰ ਦਿੰਦੇ ਨੇ ਗੁਰਸਿੱਖ। ਦੋਵੇਂ ਲੋਕ ਜਗਿਆਸੂ ਦੇ ਸਿੱਖ ਦੇ ਮਹਾਰਾਜ ਸੁਹੇਲੇ ਕਰ ਦਿੰਦੇ ਨੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਵਿੱਚ ਆਪਣੀ ਜ਼ਿੰਦਗੀ ਦਾ ਜੋ ਪ੍ਰੈਕਟੀਕਲ ਹੈ, ਪ੍ਰਯੋਗ ਹੈ, ਜਿਵੇਂ ਰਹਿਮਤਾਂ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀਤੀਆਂ, ਉਹ ਕਰਦਾ ਹੈ ਆਪਣੇ ਭਗਤਾਂ ਉੱਪਰ। ਇਹ ਛੋਟੇ ਛੋਟੇ ਸ਼ਬਦਾਂ ਵਿੱਚ ਮਹਾਰਾਜ ਜੀ ਨੇ ਇਹ ਗੋਝ ਭਾਵ ਰੱਖੇ ਨੇ ਤਾਂ ਕਿ ਜੁੜਿਆ ਹੋਇਆ ਜਗਿਆਸੂ ਉਹਦੇ ਅੰਦਰ ਸ਼ਰਧਾ, ਵਿਸ਼ਵਾਸ, ਭਰੋਸਾ ਹੋ ਜਾਵੇ। ਡੋਲੇ ਨਾ ਮਨ ਸਿੱਖ ਦਾ, ਹੋਰ ਕਿਸੇ ਬੰਨੇ ਨਾ ਜਾਵੇ ਝੂਠੇ ਪਾਸੇ ਵਹਿਮ ਭਰਮ ਵਿੱਚ। ਉਹ ਗੁਰੂ ਦੇ ਚਰਨਾਂ ਸ਼ਰਨਾਂ ਨਾਲ ਸਿੱਖ ਜੁੜ ਕੇ ਇਹ ਆਪਣਾ ਜੀਵਨ ਜਿਹੜਾ ਚੜ੍ਹਦੀ ਕਲਾ ਵਾਲਾ ਰੱਖੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਅੱਜ ਪਾਵਨ ਸ਼ਬਦ ਆ ਰਹੇ ਨੇ, ਸੋ ਪਹਿਲਾਂ ਵੀ ਆਏ ਸਨ ਸ਼ਬਦ ਇਹਨਾਂ ਵਿੱਚ ਹੀ ਕਿ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ, ਆਪਣਾ ਬਿਰਦ ਸੰਭਾਰਿਆ। ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ। ਹੁਣ ਮਹਾਰਾਜ ਇਹਨਾਂ ਸ਼ਬਦਾਂ ਵਿੱਚ ਉਹੀ ਭਾਵ ਦਰਸਾ ਰਹੇ ਨੇ ਜਿਵੇਂ ਵਾਹਿਗੁਰੂ ਨੇ ਰੋਗਾਂ ਸੋਗਾਂ ਤੋਂ ਰੱਖਿਆ ਕੀਤਾ। ਪਹਿਲਾ ਭਾਵ ਇਹ ਹੀ ਹੈ, ਗੋਝ ਭਾਵ ਬਹੁਤ ਡੂੰਘੇ ਨੇ। ਹਰ ਵਿਵਹਾਰਕ ਪਹਿਲਾ ਅਰਥ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੋਰ ਵੀ ਸ਼ਬਦ ਆਉਣਗੇ ਇਹਨਾਂ ਵਿੱਚ। ਅੱਜ ਵਾਲੇ ਸ਼ਬਦਾਂ ਵਿੱਚ ਵੀ ਇਹੋ ਹੀ ਭਾਵ ਹੈ ਤੇ ਅਗਲਾ ਸ਼ਬਦ ਵੀ ਇਸੇ ਤਰ੍ਹਾਂ ਹੀ ਹੈ। ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ।
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾ ਭਾਵ ਜੋ ਰੱਖ ਰਹੇ ਨੇ ਇਹ ਆਪਾਂ ਵਿਚਾਰੀਏ। ਗੋਝ ਭਾਵ ਵੀ ਇਹਨਾਂ ਸ਼ਬਦਾਂ ਦੇ ਬਣਦੇ ਨੇ। ਕਈ ਭਾਵ ਹਨ, ਵਿਵਹਾਰਕ ਅਤੇ ਪਰਮਾਰਥਕ, ਦੁਨਿਆਵੀ ਅਤੇ ਅਧਿਆਤਮਕ ਪੱਖ, ਦੋਵੇਂ ਪੱਖ ਨੇ। ਸੱਚੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰ ਰਹੇ ਨੇ। ਬਿਲਾਵਲ ਮਹੱਲਾ ਪੰਜਵਾ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ। ਪਹਿਲੀਆਂ ਦੋਵੇਂ ਤੁਕਾਂ ਰਹਾਉ ਵਾਲੀਆਂ ਹਨ, ਤੇ ਰਹਾਉ ਦਾ ਅਰਥ ਹੁੰਦਾ ਸਥਾਈ, ਟਿਕਾ। ਇਹਨਾਂ ਦੇ ਦੁਆਲੇ ਹੀ ਬਾਕੀ ਸਾਰਾ ਸ਼ਬਦ ਹੁੰਦਾ। ਇਹ ਕੇਂਦਰੀ ਭਾਵ ਹੁੰਦੀਆਂ ਨੇ ਤੁਕਾਂ। ਸੋ ਪਹਿਲੀਆਂ ਹੀ ਦੋਵੇਂ ਤੁਕਾਂ ਰਹਾਉ ਵਾਲੀਆਂ ਨੇ। ਵਾਹਿਗੁਰੂ ਨੇ ਕਿਰਪਾ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬਜ਼ਾਦਾ ਜੀ ਕਈ ਤਰ੍ਹਾਂ ਦੇ ਬੋਲ ਕਬੋਲ ਬਾਬਾ ਪ੍ਰਿਥੀ ਚੰਦ ਨੇ ਕੀਤੇ ਸਨ। ਈਰਖਾ ਬਹੁਤ ਸੀ ਉਹਦੇ ਮਨ ਵਿੱਚ, ਤੇ ਨਿੰਦਿਆ ਕਰਦਾ ਸੀ ਗੁਰੂ ਘਰ ਦੀ। ਸੀ ਭਾਵੇਂ ਸਕਾ ਤਾਇਆ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੋਟੇ ਜਿਹੇ ਸਨ। ਕਈ ਤਰ੍ਹਾਂ ਦੇ ਬੋਲ ਕਬੋਲ ਉਹਨੇ ਕੀਤੇ, ਤੇ ਸੀਤਲਾ ਦਾ ਖਾਜਾ ਨੇ। ਸੋ ਇਸ ਤਰੀਕੇ ਨਾਲ ਇਹਨਾਂ ਨੂੰ ਤੇ ਸੀਤਲਾ ਆ ਜਾਣੀ, ਤੇ ਉਹ ਬੁਖਾਰ ਮਹਾਰਾਜ ਜੀ ਨੂੰ ਆਇਆ ਵੀ ਸਾਹਿਬਜ਼ਾਦਾ ਜੀ। 6 ਦਿਨ ਮੰਜੇ ਤੇ ਪਏ ਰਹੇ, ਨੀਂਦ ਨਹੀਂ ਆਉਂਦੀ ਸੀ। ਅੱਖਾਂ ਬੰਦ ਹੋ ਗਈਆਂ ਸੀ, ਲੇਕਿਨ ਨੀਂਦ ਨਹੀਂ ਆਉਂਦੀ ਸੀ। ਇੰਨੀ ਉਹ ਬਿਮਾਰੀ ਆਈ ਸੀ, ਬੁਖਾਰ ਚੜਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨੇ ਪਾਏ, ਅਡੋਲ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ, ਮਾਤਾ ਗੰਗਾ ਜੀ ਰੱਬ ਦੇ ਪਿਆਰੇ ਭਗਤ ਸਨ, ਸਾਨੂੰ ਸਿੱਖਿਆ ਦੇਣੀ ਸੀ। ਸਾਡੀ ਜ਼ਿੰਦਗੀ ਵਿੱਚ ਵੀ ਇਹ ਆ ਸਕਦਾ, ਲੇਕਿਨ ਗੁਰੂ ਪਰਮੇਸ਼ਰ ਇੱਕ ਅਕਾਲ ਪੁਰਖ ਦੀ ਅਰਾਧਨਾ ਦਾ ਆਸਰਾ ਨਹੀਂ ਛੱਡ। ਮਹਾਰਾਜ ਸੱਚੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਆਦਿਕ ਅਰਦਾਸਾਂ ਕੀਤੀਆਂ, ਵਾਹਿਗੁਰੂ ਦਾ ਧਿਆਨ ਕੀਤਾ, ਸਿਮਰਨ ਕੀਤਾ, ਬਾਣੀ ਉਚਾਰੀ। ਉਸ ਵੇਲੇ ਮਾਤਾ ਗੰਗਾ ਜੀ ਨੇ ਵੀ ਅਰਦਾਸ ਬੇਨਤੀ ਕੀਤੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ 'ਚ। ਸੋ ਉਹਨਾਂ ਵੀ ਇਹੋ ਹੀ ਕਿਹਾ ਸੀ, ਸਤਿਗੁਰ ਨਾਨਕ ਨੰਦ ਬਚਾਇਆ। ਜਦੋਂ ਬੀਬੀਆਂ ਆਈਆਂ, ਸਹੇਲੀਆਂ ਠੀਕ ਹੋਏ, 6ਵੇਂ ਦਿਨ ਜਾ ਕੇ ਨੇਤਰ ਖੁੱਲ੍ਹੇ। ਫਿਰ ਜੋ ਠੀਕ ਹੋਏ, ਫਿਰ ਰੱਜ ਕੇ ਨੀਂਦ ਲਈ ਸੀ। ਤੇ ਜਦੋਂ ਆ ਕੇ ਪੁੱਛਿਆ ਸੀ ਹਾਲ ਚਾਲ ਵੀ ਕਿੱਦਾਂ ਸਾਹਿਬਜ਼ਾਦਾ ਜੀ ਠੀਕ ਨੇ ਹੁਣ, ਤਾਂ ਮਾਤਾ ਗੰਗਾ ਜੀ ਨੇ ਉਹ ਕਿਹਾ ਸੀ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਹਿਬਜ਼ਾਦੇ ਨੂੰ 9 ਬਰਨੌ ਕਰ ਦਿੱਤਾ ਹੈ, ਸਤਿਗੁਰਾਂ ਨੇ ਰੱਖਿਆ। ਆਪ ਜੀ ਨੇ ਵੀ ਹੋਰ ਵੀ ਸ਼ਬਦ ਉਚਾਰਨ ਕੀਤੇ ਨੇ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਸੋ ਹਰਗੋਬਿੰਦ ਜੀ ਨਵੇਂ ਨਿਰੋਏ ਹੋ ਗਏ। ਸਾਡੇ ਸਤਿਗੁਰੂ ਰਖਵਾਲੇ ਹੋਏ ਨੇ, ਆਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦੀ ਗੱਦੀ ਦੇ ਵਾਰਸ ਆਏ ਨੇ। ਆਪ ਇਹਨਾਂ ਨੇ ਭਾਰੀ ਗੁਰੂ ਬਣਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਤਿਗੁਰੂ ਨੇ ਰਖਵਾਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉਹ ਸਾਡੇ ਰਖਵਾਲੇ ਹੋਏ ਨੇ। ਉਹਨਾਂ ਕੋਈ ਆਂਚ ਨਹੀਂ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਸਰੀਰ ਦਾ ਸਰੀਰ ਐ 9 ਬਰਨੌ ਉਸੇ ਤਰ੍ਹਾਂ ਸੋਹਣਾ ਸੁਨੱਖਾ ਡੀਲ ਡੌਲਿਆ। ਸੋ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋ। ਆਪ ਵਾਹਿਗੁਰੂ ਨੇ, ਗੁਰੂ ਨਾਨਕ ਸਾਹਿਬ ਨੇ, ਸਤਿਗੁਰਾਂ ਨੇ ਹੱਥ ਦੇ ਕੇ ਬਚਾਇਆ ਹੈ। ਇਉਂ ਮਹਾਰਾਜ ਜੀ ਨੇ ਸ਼ੁਕਰਾਨੇ ਵਜੋਂ ਵੀ ਬਾਣੀ ਉਚਾਰੀ ਹੈ, ਸਾਨੂੰ ਸਿੱਖਿਆ ਵਾਸਤੇ। ਦੁੱਖ ਵੇਲੇ ਅਰਦਾਸ ਕਰਨੀ ਹੈ। ਜੇ ਕੋਈ ਵਿਪਤਾ ਆਉਂਦੀ, ਸਿੱਖ ਨੇ ਗੁਰੂ ਕੇ ਚਰਨਾਂ ਵਿੱਚ, ਤੇ ਸਤਿਗੁਰੂ ਮਹਾਰਾਜ ਜੋ ਕਿਰਪਾ ਕਰ ਦਿੰਦੇ, ਉਦੋਂ ਸ਼ੁਕਰਾਨਾ ਕਰਨਾ ਹੈ। ਗੁਰੂ ਕੀ ਵਡਿਆਈ ਕਰਨੀ ਹੈ, ਸੇਵਾ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਬਿਲਾਵਲ ਮਹੱਲਾ ਪੰਜਵਾ। ਰੋਗ ਗਿਆ ਪ੍ਰਭ ਆਪ ਗਵਾਇਆ। ਪਹਿਲਾ ਭਾਵ ਰੋਗ ਗਿਆ, ਰੋਗ ਆਇਆ ਸੀ, ਬੁਖਾਰ ਚੜਿਆ ਸੀ, ਸੀਤਲਾ ਆਈ ਸੀ। ਇਹ ਰੋਗ ਗਿਆ, ਜਿਹੜਾ ਰੋਗ ਸੀ ਇਹ ਵੀ ਗਿਆ, ਉੱਠ ਗਿਆ, ਚਲਿਆ ਗਿਆ। ਆਇਆ ਸੀ ਤੇ ਗਿਆ, ਛੂ ਮੰਤਰ ਹੋ ਗਿਆ। ਪ੍ਰਭ ਆਪ ਗਵਾ, ਉਹ ਵਾਹਿਗੁਰੂ ਨੇ ਆਪ ਗਵਾਇਆ ਹੈ।
ਇਹਨਾਂ ਦਾ ਭਾਵ ਪ੍ਰਭ ਆਪ ਗਵਾਇਆ ਤੋਂ ਭਾਵ ਇਹ ਵੀ ਹੈ ਵੀ ਕਈਆਂ ਨੇ ਇਹ ਵੀ ਬਣਾ ਦਿੱਤਾ, ਇਤਿਹਾਸਕਾਰ ਵੀ ਇੱਥੇ ਕਈ ਟਪਲਾ ਖਾ ਗਏ ਕਿ ਮਹਾਰਾਜ ਜੀ ਨੇ ਵੀ ਉਹ ਜਾ ਕੇ ਦੁਰਗਿਆਨਿਆ ਮੰਦਿਰ ਪੂਜਾ ਕੀਤੀ ਸੀ ਜੀ। ਦੁਰਗਿਆਨਾ ਮੰਦਿਰ ਜਿਹੜਾ ਬਣਿਆ ਹਰਿਮੰਦਰ ਸਾਹਿਬ ਦੇ ਸ਼ਰੀਕੇ ਵਜੋਂ, ਜਿਹੜਾ ਇਹਨਾਂ ਨੇ ਸਨਾਤਨ ਮਤੀਆਂ ਨੇ ਬਾਅਦ ਵਿੱਚ ਬਣਾਇਆ ਹੈ, ਉਦੋਂ ਤਾਂ ਹੈ ਹੀ ਨਹੀਂ ਸੀ, ਇਹ ਤਾਂ ਬਣਿਆ ਹੀ ਹੋਣਾ ਬਾਅਦ ਵਿੱਚ 100-150 ਸਾਲ ਹੋਇਆ। ਜਿਹੜੀ ਖੋਜ ਹੋਈ ਉਹ ਤਾਂ ਹੈ ਹੀ ਨਹੀਂ ਸੀ, ਕਹਿੰਦੇ ਉੱਥੇ ਜਾ ਕੇ ਦੁਰਗਾ ਦੀ ਪੂਜਾ ਕੀਤੀ ਫਿਰ ਠੀਕ ਹੋਏ। ਇਹ ਇਹਨਾਂ ਸ਼ਬਦਾਂ ਤੋਂ ਇਹ ਵੀ ਨਿਖਾਰ ਨਿਕਲਦਾ ਹੈ, ਪਤਾ ਲੱਗਦਾ ਹੈ ਕਿ ਪ੍ਰਭ ਆਪ ਗਵਾਇਆ ਵਾਹਿਗੁਰੂ ਨੇ, ਅਕਾਲ ਪੁਰਖ ਦਾ ਓਟ ਆਸਰਾ ਉਹਨਾਂ ਨੇ ਗਵਾਇਆ ਹੈ। ਵਾਹਿਗੁਰੂ ਦੀ ਕਿਰਪਾ ਨਾਲ ਗਿਆ ਹੈ, ਨਾਮ ਦੇ ਬਲਬੂਤੇ ਗਿਆ, ਸਿਮਰਨ ਦੇ। ਜੇ ਕੋਈ ਤਕਲੀਫ ਆਈ ਵੀ ਹੈ ਉਹ ਸਭ ਆਦੀਆਂ ਵਿਆਦੀਆਂ ਉਪਾਧੀਆਂ ਨੂੰ ਮੇਟ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ। ਹਰ ਕਾ ਨਾਮ ਕੋਟ ਪਾਪ ਖੋਵੈ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਕਿ ਆਪ ਗਵਾਇਆ, ਆਪ ਵਾਹਿਗੁਰੂ ਨੇ ਸੋ ਚੱਕਿਆ ਹੈ ਰੋਗ। ਸਾਹਿਬਜ਼ਾਦਾ ਜੀ, ਨੀਂਦ ਪਈ ਸੁਖ ਸਹਿਜ ਘਰ ਆਇਆ। ਨੀਂਦ ਪਈ, ਹੁਣ ਨੀਂਦ ਪਈ ਹੈ, ਫੇਰ ਸੁੱਤੇ ਸਾਹਿਬਜ਼ਾਦਾ, ਨੀਂਦ ਪੈ ਗਈ ਹੈ ਸੁਖ ਸਹਿਜ ਘਰ ਆਇਆ। ਹਿਰਦੇ ਰੂਪੀ ਮਨ ਵੀ ਤੇ ਸਰੀਰ ਦੇ ਵਿੱਚ ਵੀ ਸੁੱਖ ਉਹਨਾਂ ਦੇ ਹੋ ਗਿਆ ਹੈ। ਸਰੀਰ ਜਿਹੜਾ ਉਹ ਅਰੋਗ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਭਾਵ ਹੈ ਕਿ ਫੇਰ ਭੋਜਨ 6 ਦਿਨ ਕੁਝ ਨਹੀਂ ਛਕਿਆ ਸੀ, ਨਾ ਸੁੱਤੇ ਸੀ, ਤਕਲੀਫ ਵਿੱਚ ਸਨ। ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਫਿਰ ਭੋਜਨ ਛਕਿਆ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਮਹਾਰਾਜ ਕਹਿੰਦੇ ਛਕੋ ਭੋਜਨ ਰੱਜ ਰੱਜ। ਅੰਮ੍ਰਿਤ ਨਾਮ ਰਿਦ ਮਾਹੇ ਧਿਆਈ। ਇਹ ਹਰ ਨਾਮ ਆਤਮਾ ਦੀ ਖੁਰਾਕ, ਮਨ ਦੀ ਖੁਰਾਕ, ਵਾਹਿਗੁਰੂ ਦਾ ਅੰਮ੍ਰਿਤ ਸਰੀਖਾ ਭੋਜਨ ਹੈ, ਉਹਨੂੰ ਧਿਆਉਣਾ। ਨਾਨਕ ਗੁਰ ਪੂਰੇ ਸਰਨਾਈ, ਪੂਰੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਹਾਂ, ਉਹਨਾਂ ਦੀ ਸ਼ਰਨ ਆ ਸਾਨੂੰ, ਹੋਰ ਕਿਸੇ ਦਾ ਸੋ ਤਿਲ ਮਾਤਰ ਵੀ ਓਟ ਆਸਰਾ ਨਹੀਂ ਹੈ, ਕੋਈ ਮਨ ਵਿੱਚ ਖਿਆਲ ਨਹੀਂ ਹੈ। ਤਿਲ ਮਾਤਰ ਪੂਰੇ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ। ਜੇ ਨਾ ਆਪਣੇ ਨਾਮ ਕੀ ਪੈਜ ਰਖਾਈ, ਜਿਨ੍ਹਾਂ ਨੇ ਆਪਣੇ ਨਾਮ ਦੀ, ਅਸੀਂ ਵੀ ਤੇ ਉਹਨਾਂ ਦਾ ਆਈ, ਉਹਨਾਂ ਦੇ ਸਥਾਨ ਤੇ ਹਨ। ਆਪਣੇ ਪੈਜ ਦੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਤੱਗਿਆ ਰੱਖੀ, ਆਪਣੇ ਨਾਮ ਦੀ ਲੱਜਾ ਰੱਖੀ, ਸ਼ਰਨ ਆਇਆ, ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਹੈ। ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਤੇ ਕਿਸੇ ਤਰ੍ਹਾਂ ਦੀ ਉਪਾਧੀ ਨਹੀਂ ਸੀ। ਪ੍ਰਿਥੀ ਚੰਦ ਦੇ ਬੋਲ ਤੇ ਬੋਲ ਕਰਦੇ ਮਹਾਰਾਜ, ਸਤਿਗੁਰਾਂ ਨੇ ਆਪ ਹੀ ਬਖਸ਼ਿਸ਼ ਕੀਤੀ, ਆਪ ਹੀ ਪ੍ਰਤੱਗਿਆ ਰੱਖੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਸੇ ਤਰ੍ਹਾਂ ਵੀ ਕੋਈ ਬਚਨ ਨਹੀਂ ਕੀਤਾ, ਜੇ ਕਰ ਦਿੰਦੇ ਤੇ ਝੱਟ ਉਸੇ ਵੇਲੇ ਪੂਰਾ ਹੋਣਾ ਸੀ, ਉਸੇ ਵੇਲੇ। ਸੋ ਪ੍ਰਿਥੀ ਚੰਦ ਦੇ ਜਾ ਠਾ ਵੱਜਣਾ ਸੀ, ਪਰ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਨੇ ਆਪ ਹੀ ਪੈਜ ਰੱਖ। ਦੂਜਾ ਭਾਵ ਇਹ ਹੈ ਵਿਵਹਾਰਕ ਅਰਥ ਸਾਡੇ ਵਾਸਤੇ, ਗ੍ਰਸਤੀ ਸਿੱਖਾਂ ਵਾਸਤੇ। ਜਦੋਂ ਕੋਈ ਵਿਪਤਾ ਆਉਂਦੀ ਹੈ, ਪ੍ਰਲਬਧ ਅਨੁਸਾਰ ਆਉਂਦੀ ਹੈ, ਜਾਂ ਕੋਈ ਹੋਰ ਕਾਰਨ ਬਣਦਾ ਹੈ, ਕੋਈ ਹੋਰ ਉਸ ਤਰ੍ਹਾਂ ਦਾ ਵਿਰੋਧੀ ਬੰਦਾ ਜਿਹੜਾ ਹੈ ਨੁਕਸਾਨ ਕਰਨਾ ਚਾਹੁੰਦਾ, ਗੁਰੂ ਕਾ ਓਟ ਆਸਰਾ ਲੈਣਾ ਹੈ, ਉਸ ਵੇਲੇ ਅਡੋਲ ਰਹਿਣਾ ਹੈ, ਸਤਿਗੁਰੂ ਨੂੰ ਮਨਾਉਣਾ ਹੈ, ਅਕਾਲ ਪੁਰਖ ਦਾ ਆਰਾਧਨ ਕਰਨਾ ਹੈ। ਸਤਿਗੁਰੂ ਪੈਜ ਰੱਖਦੇ ਨੇ, ਪਰ ਉਹਨਾਂ ਨੂੰ ਨਿੰਦਕਾਂ ਨੂੰ ਫਿਰ ਪਿੱਠ ਦੇ ਦਿੰਦੇ ਨੇ, ਮੂੰਹ ਦੀ ਖਾਣੀ ਪੈਂਦੀ। ਇਸ ਕਰਕੇ ਅਫਰੇਮਾ ਹੋ ਗਿਆ ਸੀ ਪ੍ਰਿਥੀ ਚੰਦ ਨੂੰ। ਮਹਾਰਾਜ ਨੇ ਨਹੀਂ ਕੁਝ ਕਿਹਾ ਸੀ, ਪਰ ਅਫਰੇਮਾ ਹੋ ਕੇ ਬੜਾ ਔਖਾ ਹੋ ਕੇ ਮਰਿਆ ਸੀ, ਜਿਹਨੇ ਸਾਰੀ ਉਮਰ ਚਾਲਾਂ ਹੀ ਚੱਲੀਆਂ, ਸਰਕਾਰੇ ਦਰਬਾਰੇ ਫਿਰਦਾ ਰਿਹਾ, ਬੜਾ ਕੁਝ ਕੀਤਾ। ਹਰਿਮੰਦਰ ਸਾਹਿਬ ਦੀ ਤਰਜ਼ ਤੇ ਹਰਿਮੰਦਰ ਸਾਹਿਬ ਬਣਾਇਆ ਹੇਰ ਪਿੰਡ ਵਿੱਚ, ਲਾਹੌਰ ਦੇ ਕੋਲੇ। ਸੋ ਪਰ ਕਾਮਯਾਬ ਨਹੀਂ ਹੋਇਆ, ਝਖਾ ਹੀ ਮਾਰਦਾ ਰਿਹਾ, ਫਰੇਮਾ ਹੋ ਕੇ ਅਖੀਰ ਨੂੰ ਮਰ ਗਿਆ, ਆਫਰ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਭਾਵ ਸਿੱਖਿਆ ਦਿੰਦੇ, ਜਦੋਂ ਇੱਕ ਦਾ ਓਟ ਆਸਰਾ ਲਵਾਂਗੇ ਤੇ ਸਤਿਗੁਰੂ ਪੈਜ ਰੱਖਣਗੇ, ਚੜ੍ਹਦੀ ਕਲਾ ਕਰ ਦੇਣਗੇ, ਕੋਈ ਆਂਚ ਨਹੀਂ ਆਉਣ ਦਿੰਦੇ। ਇੱਜ਼ਤ ਪੱਤ ਦੇ ਰਾਖੇ ਹੁੰਦੇ ਨੇ ਸੱਚੇ ਪਾਤਸ਼ਾਹ। ਪਰ ਇਹ ਆ ਵੀ ਸਿੱਖ ਮਨ ਬਾਣੀ ਸਰੀਰ ਕਰਕੇ ਜੁੜਿਆ ਹੋਵੇ, ਇੱਕ ਦਾ ਹੋਵੇ, ਗੁਰੂ ਕਾ ਬਣਿਆ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੂਜਾ ਭਾਵ ਰੱਖ ਰਹੇ ਨੇ
ਕਿ ਰੋਗ ਗਿਆ ਪ੍ਰਭ ਆਪ ਗਵਾਇਆ। ਇਹ ਰੋਗ ਜਿਹੜਾ ਵੱਡਾ ਹੈ, ਹਉਮੈ ਦਾ ਰੋਗ ਲੱਗਾ ਹੋਇਆ, ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ, ਹਰ ਇੱਕ ਨੂੰ ਲੱਗਾ ਹੋਇਆ ਹੈ। ਲੋਭ ਲਾਲਚ ਤੇ ਹਉਮੈ ਦਾ ਰੋਗ। ਹਉਮੈ ਰੋਗ ਮਾਨੁਖ ਕਉ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਕੁਝ ਰੋਗਾਂ ਦਾ ਬਿਆਨ ਕੀਤਾ ਆਪ ਜੀ ਨੇ ਬਾਣੀ ਵਿੱਚ। ਔਰ ਹਉਮੈ ਦਾ ਰੋਗ ਇਹ ਮਨੁੱਖ ਦੇ ਹਿੱਸੇ ਆਇਆ ਹੈ। ਇਸੇ ਕਰਕੇ ਇਹਨੂੰ ਮਾਨੁਖ, ਮਾਨ ਦਾ ਖਾਧਾ ਹੋਇਆ, ਮਾਨ ਦੇ ਸਹਿਤ ਜਿਹੜਾ ਰਹਿੰਦਾ ਹੈ, ਕੋਈ ਨਾ ਕੋਈ ਹੰਕਾਰ, ਮੈਂ ਮੇਰੀ, ਹੰਗਤਾ ਮਮਤਾ ਹਉਮੈ ਇਹ ਬਣੀ ਰਹਿੰਦੀ ਇਹਦੇ ਅੰਦਰ। ਸੂਖਸ਼ਮ ਤੋਂ ਸੂਖਸ਼ਮ ਹੰਕਾਰ ਵੀ ਬਣਿਆ ਰਹਿੰਦਾ ਹੈ, ਬਹੁਤਾ ਨਹੀਂ ਤੇ ਅੰਦਰ ਹਿਰਦੇ ਦੇ ਬਰੀਕੀ ਦੇ ਰੂਪ, ਬਰੀਕ ਤੋਂ ਬਰੀਕ, ਸੂਖਸ਼ਮ ਤੋਂ ਸੂਖਸ਼ਮ। ਇਹ ਤਾਂ ਹੀ ਇਹਦਾ ਨਾਮ ਇਹ ਪਿਆ ਹੈ। ਰੋਗ ਗਿਆ ਹਉਮੈ ਦਾ ਰੋਗ। ਜਿੰਨਾ ਚਿਰ ਇਹ ਬਣਿਆ ਰਹਿੰਦਾ ਹੈ ਉਹਨਾਂ ਚਿਰ ਆਤਮਾ ਆਪਣੇ ਆਪੇ ਦੀ ਪਹਿਚਾਣ ਨਹੀਂ ਕਰ ਸਕਦਾ ਹੈ। ਆਤਮਾ ਦਾ ਰਸ, ਨਾਮ ਦਾ ਰਸ ਜੋ ਅੰਦਰ ਪਿਆ ਕਹਿ ਰਸ, ਉਹਨੂੰ ਪ੍ਰਾਪਤ ਨਹੀਂ ਕਰ ਸਕਦਾ। ਉਹ ਪ੍ਰਾਪਤ ਨਹੀਂ ਹੁੰਦਾ ਹੈ। ਵਾਹਿਗੁਰੂ ਦੇ ਦੀਦਾਰੇ ਨਹੀਂ ਹੁੰਦੇ, ਗਿਆਨ ਨਹੀਂ ਹੁੰਦਾ ਹੈ। ਅਗਿਆਨ ਹਉਮੈ ਕਰਕੇ ਹੀ ਅਗਿਆਨ ਹੈ, ਤਾਂ ਹੀ ਇਹ ਪੜਦਾ ਪਿਆ ਰਹਿੰਦਾ ਹੈ। ਮਨ ਆਪਣੇ ਅਸਲ ਸਰੂਪ ਨੂੰ ਪਹਿਚਾਣਦਾ ਨਹੀਂ ਹੈ ਜਿੰਨਾ ਚਿਰ ਅਗਿਆਨ ਦਾ ਪੜਦਾ ਪਿਆ ਰਹਿੰਦਾ। ਹਉਮੈ ਭਾਰੂ ਹੁੰਦੀ ਹੈ, ਇਹਨੂੰ ਹਉਮੈ ਦਾ ਰੋਗ ਲੱਗਾ ਰਹਿੰਦਾ ਮਨ ਨੂੰ। ਰੋਗ ਗਿਆ ਪ੍ਰਭ ਆਪ ਗਵਾਇਆ। ਜਿਨ੍ਹਾਂ ਸਿੱਖਾਂ ਲਈ ਓਟ ਗੁਰੂ ਦੀ, ਗੁਰੂ ਦੇ ਚਰਨ ਸ਼ਰਨ ਵਿੱਚ ਆ ਗਏ, ਨਾਮ ਦੀ ਦਾਤ ਪ੍ਰਾਪਤ ਕੀਤੀ, ਤੇ ਨਾਮ ਹੀ ਇਹ ਹਉਮੈ ਦਾ ਦਾਰੂ ਹੈ, ਔਸ਼ਧੀ ਹੈ। ਹੋਰ ਕਿਸੇ ਸਾਧਨ ਕਰਨ ਨਾਲ, ਬਾਹਰੀ ਸਰੀਰ ਦੇ ਕਿਰਿਆ ਕਰਨ ਨਾਲ, ਸਰੀਰ ਦੁਆਰਾ ਕਠਨ ਸਾਧਨ ਕਰਨ ਨਾਲ ਵੀ ਇਹ ਹਉਮੈ ਦਾ ਰੋਗ ਜਿਹੜਾ ਉਹ ਨਾਸ ਨਹੀਂ ਹੁੰਦਾ ਹੈ, ਸਗੋਂ ਵੱਧਦਾ ਹੈ। ਸੋ ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੇ। ਪਾਵਨ ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਨੇ ਬਿਆਨ, ਥੋੜਾ ਥੋੜਾ ਕਰਕੇ ਸਰੀਰ ਨੂੰ ਕਟਾ ਵੀ ਦੇਵੇ ਤਾਂ ਵੀ ਹਉਮੈ ਦੀ ਮੈਲ ਨਹੀਂ ਜਾਂਦੀ, ਧੋਤੀ ਨਹੀਂ ਜਾਂਦੀ ਹੈ। ਇਹ ਤੇ ਅੰਦਰ ਦੀ ਜਿਹੜੀ ਕਿਰਿਆ ਨਾਮ ਜਪਣਾ, ਮਨ ਦੁਆਰਾ ਸਿਮਰਨ ਨਾਲ ਜੁੜੇ, ਫੇਰ ਇਹ ਕੱਟਿਆ ਜਾਂਦਾ ਹੈ ਮਨ ਵਿੱਚੋਂ, ਕਿਉਂਕਿ ਮਨ ਨੂੰ ਲੱਗਾ ਹੋਇਆ ਹੈ। ਰੋਗ ਗਿਆ, ਰੋਗ ਜਿਹੜਾ ਗਿਆ ਉੱਠ ਗਿਆ ਹਉਮੈ ਦਾ, ਉਹਨਾਂ ਗੁਰਸਿੱਖਾਂ ਦਾ, ਜਗਿਆਸੂਆਂ ਦਾ। ਹਉਮੈ ਦਾ ਰੋਗ ਵੱਡਾ ਜਿਹੜਾ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨ ਹੋਏ ਤਾਂ ਸੰਜਮ ਦੁਖ ਜਾਹੇ। ਪੌੜੀ ਆਸਾ ਦੀ ਵਾਰ ਵਿੱਚ ਇਹ ਸਮਝਾਇਆ ਹੈ। ਪੌੜੀ ਵਿੱਚ ਵੀ ਭੋਜਨ ਦਾ ਦੱਸਿਆ ਹੈ, ਜਿਹੜਾ ਅੱਗੇ ਕਹਿੰਦੇ ਰਜ ਰਜ ਭੋਜਨ ਖਾਵੋ ਮੇਰੇ ਭਾਈ। ਰੋਗ ਗਿਆ ਪ੍ਰਭ ਆਪ ਗਵਾਇਆ। ਰੋਗ ਗਿਆ, ਚਲਿਆ ਗਿਆ, ਰੋਗ ਉੱਠ ਗਿਆ, ਪ੍ਰਭ ਆਪ ਗਵਾਇਆ। ਵਾਹਿਗੁਰੂ ਨੇ ਇਹਨਾਂ ਗੁਰਸਿੱਖਾਂ ਦਾ, ਜਿਨ੍ਹਾਂ ਨਾਮ ਦੀ ਕੀਤੀ ਕਮਾਈ, ਉਹਨਾਂ ਦਾ ਆਪ ਸੱਚੇ ਪਾਤਸ਼ਾਹ ਨੇ ਗਵਾ ਦਿੱਤਾ ਹੈ। ਹਿਰਦੇ ਦੇ ਵਿੱਚ ਹੀ ਇਹ ਰੋਗ ਹੈ, ਤੇ ਹਿਰਦੇ ਦੇ ਵਿੱਚੋਂ ਛੂ ਮੰਤਰ ਹੋ ਜਾਂਦਾ, ਚਲਿਆ ਜਾਂਦਾ ਹੈ, ਅਭਾਵ ਹੋ ਜਾਂਦਾ ਹੈ। ਜਦੋਂ ਚਲਿਆ ਜਾਂਦਾ ਉਦੋਂ ਹੀ ਪਤਾ ਲੱਗਦਾ ਹੈ, ਉਸ ਵੇਲੇ ਨਿਹਾਲ ਹੋ ਜਾਂਦਾ ਸਿੱਖ। ਵਾਹਿਗੁਰੂ ਨੇ ਆਪ ਹੀ ਚੱਕ ਦਿੱਤਾ, ਰੋਗ ਉੱਠ ਗਿਆ ਹੈ, ਤੇ ਵਾਹਿਗੁਰੂ ਨੇ ਆਪ ਗਵਾਇਆ, ਕਿਉਂਕਿ ਉਹਦੇ ਨਾਮ ਦੀ ਬਰਕਤ ਨਾਲ ਇਹ ਕੱਟਿਆ ਜਾਂਦਾ ਹੈ। ਜਦੋਂ ਵਾਹਿਗੁਰੂ ਦੇ ਨਾਮ ਦੀ ਕਮਾਈ ਕੀਤੀ, ਦਾਰੂ ਪੀ ਸਮਾਹੇ ਕਿਹਾ, ਦਾਰੂ ਵੀ ਉਹਦੇ ਵਿੱਚ ਇਹ ਹਿਰਦੇ, ਮਨ ਨੂੰ ਹੀ ਹਉਮੈ ਦਾ ਰੋਗ ਲੱਗਾ ਹੋਇਆ ਹੈ, ਤੇ ਹਿਰਦੇ ਦੇ ਵਿੱਚ ਹੀ ਨਾਮ ਦਾ ਵਾਸਾ ਹੈ, ਇੱਕ ਰਸ। ਜਦੋਂ ਇਹ ਰੋਗ ਕੱਟਿਆ ਜਾਂਦਾ, ਨਾਮ ਆਰਾਧਨ ਕਰਦਾ, ਜ਼ੁਬਾਨ ਤੋਂ ਹਿਰਦੇ ਵਿੱਚ ਪੂਰਨ ਧਿਆਨ ਜਿਵੇਂ ਜਿਵੇਂ ਜੁੜਦਾ ਹੈ, ਉਵੇਂ ਉਵੇਂ ਤ੍ਰਿਸ਼ਨਾ ਤੇ ਹਉਮੈ ਦਾ ਰੋਗ ਜਿਹੜਾ ਹੈ ਇਹ ਕੱਟਿਆ ਜਾਂਦਾ ਹੈ। ਹਿਰਦੇ ਤੱਕ ਜੋ ਪੂਰਨ ਧਿਆਨ ਹੋ ਜਾਂਦਾ, ਫਿਰ ਹਿਰਦੇ ਦੇ ਵਿੱਚੋਂ ਇਹ ਅਗਿਆਨ ਬਿਨਸ ਜਾਂਦਾ, ਗਿਆਨ ਹੋ ਜਾਂਦਾ ਹੈ, ਹਨੇਰਾ ਚਲਿਆ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ। ਸੋ ਆਪ ਵਾਹਿਗੁਰੂ ਨੇ ਆਪਣੇ ਨਾਮ ਦੁਆਰਾ, ਨਾਮ ਜਪਾ ਕੇ ਇਹਨੂੰ ਸੋ ਗਵਾਇਆ ਹੈ, ਕੱਟਿਆ ਹੈ। ਨੀਂਦ ਪਈ ਸੁਖ ਸਹਿਜ ਘਰ ਆਇਆ। ਮਹਾਰਾਜ ਜੀ ਕਹਿੰਦੇ ਫਿਰ ਉਹ ਐਸੀ ਨੀਂਦ ਆਉਂਦੀ ਹੈ ਜਗਿਆਸੂ ਨੂੰ, ਗੁਰਮੁਖ ਨੂੰ, ਸ਼ਾਂਤੀ ਰੂਪੀ ਨੀਂਦ। ਪੂਰਨ ਸ਼ਾਂਤੀ ਟਿਕਾ ਉਦੋਂ ਹੀ ਬਣਦਾ ਹੈ ਜਦੋਂ ਹਉਮੈ ਨਹੀਂ ਹੁੰਦੀ ਮਨ ਵਿੱਚ, ਹੰਕਾਰ ਤੋਂ ਹਿਰਦਾ ਖਾਲੀ ਹੋ ਜਾਂਦਾ ਹੈ। ਫਿਰ ਚੜ੍ਹਦੀ ਕਲਾ ਵਾਲਾ ਸਰੀਰ ਵੀ, ਮਨ ਵੀ, ਤਨ ਵੀ
ਹਲਕਾ ਫੁਲਕਾ ਚੜ੍ਹਦੀ ਕਲਾ। ਮਹਾਂਪੁਰਸ਼ਾਂ ਦਾ ਇਸੇ ਕਰਕੇ ਉੱਡੂ ਉੱਡੂ ਕਰਦਾ ਹੁੰਦਾ, ਥਕਾਵਟ ਨਹੀਂ ਹੁੰਦੀ ਉਹਨਾਂ ਨੂੰ। ਨੀਂਦ ਪਈ ਸੁਖ ਸਹਿਜ ਘਰ ਆਇਆ, ਸ਼ਾਂਤੀ ਰੂਪੀ ਨੀਂਦ ਪੈ ਗਈ। ਨਿਰਵਿਕਲਪ ਸਮਾਧੀ ਉਸ ਵੇਲੇ ਲੱਗਦੀ, ਪੂਰਨ ਧਿਆਨ, ਤੇ ਉਹਦੇ ਵਿੱਚ ਹੀ ਟਿਕਾ ਆਨੰਦ ਹੀ ਆਨੰਦ। ਜਿਵੇਂ ਪੂਰਨ ਰੱਜ ਕੇ ਸੁੱਤਾ ਹੋਵੇ, ਜਦੋਂ ਪਤਾ ਹੀ ਨਾ ਹੋਵੇ ਕਿੱਥੇ ਪਿਆ, ਇੰਨਾ ਹੀ ਨੀਂਦ ਆਉਂਦੀ, ਗੂੜੀ ਨੀਂਦ। ਉਦੋਂ ਸੁੱਖ, ਮੁੜ ਕੇ ਉੱਠਦਾ ਤੇ ਪੂਰਾ ਸੁੱਖ ਹੁੰਦਾ। ਸੋ ਨੀਂਦ ਪਈ, ਐਸਾ ਨਿਰਵਿਕਲਪ ਸਮਾਧੀ ਵਿੱਚ ਪੂਰਨ ਧਿਆਨ ਜਦੋਂ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ, ਪੂਰਨ ਸ਼ਾਂਤੀ ਰੂਪੀ ਨੀਂਦ ਫਿਰ ਪੈ ਜਾਂਦੀ ਹੈ। ਉਦੋਂ ਪਤਾ ਲੱਗਦਾ ਕਿੰਨਾ ਆਨੰਦ ਹੈ ਵਾਹਿਗੁਰੂ ਦੇ ਨਾਮ ਵਿੱਚ। ਨੀਂਦ ਪਈ ਸੁਖ ਸਹਿਜ ਘਰ ਆਇਆ, ਤੇ ਹਿਰਦੇ ਰੂਪੀ ਘਰ ਵਿੱਚ ਸੁੱਖਾਂ ਰੂਪੀ ਸਹਿਜ ਮਨ ਜਿਹੜਾ ਸਹਿਜ ਰੂਪੀ ਘਰ ਵਿੱਚ ਆ ਜਾਂਦਾ ਹੈ। ਸਹਿਜ ਸ਼ਾਂਤ, ਪੂਰਾ ਅਸ਼ਾਂਤ, ਸੋ ਸ਼ਾਂਤ ਹੋ ਜਾਂਦਾ, ਅਡੋਲ ਹੋ ਜਾਂਦਾ ਹੈ। ਸਹਿਜ ਘਰ ਆਇਆ, ਹਿਰਦੇ ਰੂਪੀ ਘਰ ਵਿੱਚ ਪੂਰਨ ਸਹਿਜ ਸੁੱਖ, ਅਚੁੱਤ ਸੁੱਖ, ਇੱਕ ਰਸ ਆਨੰਦ ਉਹ ਆ ਜਾਂਦਾ ਹੈ। ਰਹਾਉ ਉਹਨਾਂ ਗੁਰਮੁਖਾਂ ਦੇ ਆਇਆ ਜਿਨ੍ਹਾਂ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਇਹ ਭਾਈ ਇਹ ਤਾਂ ਆਵੇ ਜੇ ਹੁਣ ਬਾਹਰੀ ਤੌਰ ਤੇ ਵੀ ਭੋਜਨ ਜਿੰਨੀ ਲੋੜ ਆ ਓਨਾ ਖਾਈਏ ਰੱਜ ਕੇ, ਤੇ ਫਿਰ ਨੀਂਦ ਵੀ ਸਹੀ ਆਉਂਦੀ ਹੈ। ਜੇ ਭੋਜਨ ਥੋੜ੍ਹਾ ਖਾਈਏ ਫਿਰ ਵੀ ਨੀਂਦ ਨਹੀਂ ਆਉਂਦੀ ਜਿੰਨੀ ਚਾਹੀਦੀ, ਪਾਸੇ ਮਾਰਦਾ ਰਹਿੰਦਾ ਸਰੀਰ। ਸੋ ਇਸ ਕਰਕੇ ਇਹ ਭੋਜਨ ਜੇ ਤੁਸੀਂ ਚਾਹੁੰਦੇ ਹੋ ਨਾ ਸ਼ਾਂਤੀ ਰੂਪੀ ਨੀਂਦ, ਅਡੋਲ ਅਵਸਥਾ, ਸਹਿਜ ਆਨੰਦ ਮਨ ਦਾ ਚਾਹੁੰਦੇ ਹੋ, ਤੇ ਫਿਰ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਐ ਭਾਈ ਗੁਰਸਿੱਖੋ, ਸਾਡੇ ਭਰਾ, ਕਿਉਂਕਿ ਇੱਕੋ ਚੇਤਨ ਦੀ ਅੰਸ਼ ਆ ਨਾ ਜਿੰਨੇ ਜੀਵ ਨੇ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਾਨਸ। ਹਮ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇੱਕੋ ਅਕਾਲ ਪੁਰਖ ਪਿਤਾ ਹੈ ਸਾਰਿਆਂ ਦਾ। ਜੇ ਸਾਰਿਆਂ ਦਾ ਇੱਕੋ ਪਿਤਾ ਤੇ ਫਿਰ ਭਰਾ ਹੋਏ ਆਪਾਂ। ਤਾਂ ਮਹਾਰਾਜ ਕਹਿ ਰਹੇ ਨੇ ਚੇਤਨ ਦੀ ਅੰਸ਼ ਕਰਕੇ ਸਾਨੂੰ ਸਾਰੇ ਜੀਵਾਂ ਨੂੰ ਬੜੇ ਪਿਆਰ ਨਾਲ ਕਿ ਇਹ ਗੁਰ ਸਿੱਖੋ, ਜੇ ਐਸੀ ਸ਼ਾਂਤੀ ਰੂਪੀ ਅਡੋਲ ਅਵਸਥਾ ਰੂਪੀ ਸਹਿਜ ਆਨੰਦ, ਇਹ ਨੀਂਦ ਤੁਸੀਂ ਚਾਹੁੰਦੇ ਹੋ ਆ ਜਾਵੇ, ਤੇ ਫਿਰ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਇਹ ਭੋਜਨ ਜਿਹੜਾ ਨਾਮ ਦਾ ਭੋਜਨ, ਆਤਮਾ ਦੀ ਖੁਰਾਕ ਹੈ, ਇਹ ਰੱਜ ਰੱਜ ਕੇ ਖਾਣਾ ਕਰੋ। ਫਿਰ ਆਲਸ ਨੂੰ ਛੱਡ ਕੇ ਤਾਂ ਕਰਕੇ ਜਿੰਨਾ ਜਪਿਆ ਜਾਂਦਾ ਜਪੋ ਨਾਮ, ਅਰਾਧੋ ਵਾਹਿਗੁਰੂ ਦੇ ਨਾਮ ਨੂੰ ਜੁੜੇ ਰਹੋ, ਜੁੜੇ ਰਹੋ, ਅਰਾਧਦੇ ਰਹੋ। ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਐਸੇ ਭੋਜਨ ਨੂੰ ਹੈ ਮੇਰੇ ਭਰਾ ਛਕਣਾ ਕਰੋ, ਛਕੋ ਖਾਵੋ। ਸੋ ਅੰਮ੍ਰਿਤ ਨਾਮ ਰਿੱਧ ਮਾਹੇ ਧਿਆਈ। ਉਹ ਭੋਜਨ ਇਹੋ ਹੀ ਆ ਵੀ ਅੰਮ੍ਰਿਤ ਸਰੀਖਾ ਮਿੱਠਾ ਨਾ, ਭੋਜਨ ਮਿੱਠਾ ਹੁੰਦਾ ਪਦਾਰਥ, ਮਿੱਠੇ ਛਕ ਕੇ ਬੰਦਾ ਕਹਿੰਦਾ ਬੜਾ ਸਵਾਦ ਆਇਆ। ਇਹ ਐਸਾ ਮਿੱਠਾ ਹੈ, ਬਹੁਤ ਮਿੱਠਾ ਨਾਮ ਰਸ ਹੈ। ਅੰਮ੍ਰਿਤ ਨਾਮ ਮਿੱਠਾ, ਅੰਮ੍ਰਿਤ ਸਰੀਖਾ ਨਾਮ ਜਿਹੜਾ ਰਿੱਧ ਮਾਹੇ ਧਿਆਈ, ਹਿਰਦੇ ਵਿੱਚ ਜੋ ਧਿਆਉਣਾ ਹੈ, ਮਨ ਕਰਕੇ ਜੋ ਪੂਰਾ ਜੁੜ ਕੇ ਮਨ ਪੂਰੀ ਇਕਾਗਰਤਾ ਦੇ ਸਹਿਜ ਜੋ ਧਿਆਉਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਉਹਨੂੰ ਧਿਆਉਣਾ ਜਿਹੜਾ ਇਹ ਭੋਜਨ ਖਾਣਾ, ਇਹ ਖਾਣ ਛਕਣ ਦਾ ਤਰੀਕਾ ਹੈ। ਮਨ ਦੀ ਖੁਰਾਕ, ਆਤਮਾ ਦੀ ਖੁਰਾਕ ਵਾਹਿਗੁਰੂ ਦਾ ਨਾਮ ਬੰਦਗੀ ਹੈ। ਸਰੀਰ ਦੀ ਖੁਰਾਕ ਇਹ ਭੋਜਨ ਹੈ। ਇਹ ਤੇ ਸਿੱਖ ਜਿਹੜਾ ਜਿਹਨੇ ਕਮਾਈ ਕਰਨੀ ਹੈ ਉਹ ਥੋੜ੍ਹਾ ਖਾਂਦਾ ਹੈ। ਉਹ ਐਸਾ ਨਹੀਂ ਵੀ ਸਾਹ ਵੀ ਨਾ ਆਵੇ ਮੁੜ ਕੇ। ਪੇਟ ਭਰਿਓ ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਕਬੀਰ ਸਾਹਿਬ ਜੀ ਕਹਿੰਦੇ ਪਸ਼ੂ ਦੀ ਨਿਆਈ ਇੰਨਾ ਰੱਜ ਕੇ ਖਾ ਲਿਆ, ਪਸ਼ੂ ਦੀ ਨਿਆਈ ਫਿਰ ਸੌਂ ਗਿਆ ਘਰਾੜੇ ਮਾਰੀ। ਐਸਾ ਨਹੀਂ, ਉਹ ਤੇ ਉਹਦੇ ਬਾਰੇ ਕਿਹਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੋ ਕਰੇ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ, ਚੜਾ ਸਵਾਇਆ ਵਡਿਆਈ ਵੱਡਾ ਪਾਇਆ। ਫਿਰ ਆਲਸ ਆਉਂਦੀ ਆ, ਬਹੁਤਾ ਖਾਵਾਂਗੇ ਤੇ ਫਿਰ ਨਹੀਂ ਬੰਦਗੀ ਹੁੰਦੀ। ਕਰਕੇ ਉਹ ਤੇ ਥੋੜਾ ਖਮਣਾ ਥੋੜਾ ਸੌਣਾ ਗੁਰਮਤ ਪਾਏ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਵਾਰਾਂ ਵਿੱਚ, ਇਹ ਮਰਜ਼ਾਦਾ ਹੈ ਸਿੱਖ ਦੀ ਜਿਹਨੇ ਕਮਾਈ ਕਰਨੀ ਨਾਮ ਦੀ। ਸੋ
ਉਹ ਭੋਜਨ ਤੇ ਲਿਮਟ ਵਿੱਚ ਲੋੜ ਅਨੁਸਾਰ ਸਰੀਰ ਨੂੰ ਦੇਣਾ ਹੈ। ਇਹ ਜਿਹੜਾ ਰੱਜ ਰੱਜ ਕੇ ਖਾਣਾ ਹੈ। ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸਈ ਖਾਹੇ। ਜਿਨ੍ਹਾਂ ਨੇ ਗੁਰੂ ਨੂੰ ਮਨਾਇਆ, ਜਿੰਨਾ ਗੁਰੂ ਤੇ ਸ਼ਰਧਾ ਵਿਸ਼ਵਾਸ, ਉਨਾ ਹੀ ਮਹਾਰਾਜ ਬਖਸ਼ਿਸ਼ ਕਰਦੇ, ਨਾਮ ਦਾ ਭੋਜਨ ਦਿੰਦੇ ਨੇ, ਉਹਨਾਂ ਮਨ ਦਾ ਟਿਕਾ ਆਨੰਦ ਬਖਸ਼ਦੇ ਨੇ। ਜਿਨ੍ਹਾਂ ਨੇ ਗੁਰੂ ਨੂੰ ਮਨਾਇਆ ਰੱਜ ਰੱਜ ਕੇ ਉਹ ਖਾਂਦੇ ਨੇ ਇਹ ਭੋਜਨ। ਐਸਾ ਭੋਜਨ ਹੈ ਤੋਸਾ ਹਰਨਾਮ ਦਾ ਹੈ, ਰੱਜ ਆ ਜਾਂਦਾ। ਜਿਵੇਂ ਚੂਰੀ ਕੁੱਟ ਕੇ ਖਾਂਦੇ ਹੁੰਦੇ ਸੀ, ਮਿੱਠਾ ਘਿਓ ਮੈਦਾ ਵਿੱਚ ਹੁੰਦਾ ਸੀ, ਤੇ ਉਹ ਖਾ ਕੇ ਰੱਜ ਆ ਜਾਂਦਾ ਸੀ। ਐਸਾ ਨਾਮ ਦਾ ਭੋਜਨ ਹੈ, ਸਭ ਭੋਜਨਾਂ ਤੋਂ ਉੱਪਰ ਹੈ। ਅਕਾਲ ਪੁਰਖ ਦਾ ਨਾਮ ਸੱਚੇ ਪਾਤਸ਼ਾਹ ਅਖੰਡ ਕੀਰਤਨ ਤਿਸ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਆਪ ਜੀ ਨੇ ਬਚਨ ਕਹੇ, ਅੰਮ੍ਰਿਤ ਨਾਮ ਰਿਦ ਮਾਹੇ ਧਿਆਏ। ਐਸਾ ਭੋਜਨ ਹੈ, ਫਿਰ ਕੋਈ ਭੁੱਖ ਨਹੀਂ ਰਹਿ ਜਾਂਦੀ। ਭੁੱਖ ਰਹਾ ਨਾ ਕਾਈ, ਕੋਈ ਭੁੱਖ ਨਹੀਂ ਫਿਰ ਰਹਿ ਜਾਂਦੀ। ਦੁਨੀਆ ਦੀ ਵੀ ਖਾਸ ਤ੍ਰਿਸ਼ਨਾ ਸਭ ਬੁੱਝ ਜਾਂਦੀ। ਐਸਾ ਰੱਜ ਆਉਂਦਾ, ਐਸਾ ਸੰਤੋਖ ਆਉਂਦਾ ਹੈ। ਤਾਂ ਕਿਹਾ ਰੱਜ ਰੱਜ ਭੋਜਨ, ਤਾਂ ਕਿ ਰੱਜ ਜਾਈਏ ਇਹ ਦੁਨੀਆ ਦੀ ਭੁੱਖ ਜਿਹੜੀ ਤ੍ਰਿਸ਼ਨਾ ਵੱਲੋਂ। ਪਰਲੋਕ ਦੇ ਹੋਰ ਜਿਹੜੇ ਨੇ ਸਵਰਗਾਂ ਆਦਿਕ ਦੇ ਸੁੱਖ ਨੇ, ਉਹ ਵੀ ਚਾਹਨਾ ਨਾਲ ਉਹ ਵੀ ਨਹੀਂ ਰਹਿ ਜਾਂਦੇ। ਐਸਾ ਰੱਜ ਜਾਂਦਾ ਹੈ, ਐਸਾ ਆਨੰਦ ਆਉਂਦਾ ਹੈ। ਅੰਮ੍ਰਿਤ ਨਾਮ ਰਿਦ ਮਾਹੇ ਧਿਆਈ, ਨਾਨਕ ਗੁਰ ਪੂਰੇ ਸਰਨਾਈ। ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਹਾਂ, ਸ਼ਰਨ ਗ੍ਰਹਿਣ ਕੀਤੀ ਹੈ। ਜਿਨ ਆਪਣੇ ਨਾਮ ਕੀ ਪੈਜ ਰਖਾਈ, ਜਿਨ੍ਹਾਂ ਸਤਿਗੁਰਾਂ ਨੇ ਆਪਣੇ ਨਾਮ ਦੀ, ਕਿ ਉਹਨਾਂ ਦੇ ਸਿੱਖ ਆ ਮਹਾਰਾਜ ਤੁਹਾਡੇ। ਆਪਦਿਆਂ ਨੂੰ ਆਪਦਿਆਂ ਦੀ ਲੱਜਾ ਹੁੰਦੀ ਹੈ। ਜਿਨ੍ਹਾਂ ਨੇ ਪੂਰਨ ਪ੍ਰਤੱਗਿਆ ਰੱਖੀ ਹੈ, ਲਾਜ ਰੱਖੀ ਸ਼ਰਨ ਪਿਆਂ ਦੀ, ਆਪਣਾ ਬਿਰਦ ਸੰਭਾਲਿਆ ਹੈ। ਮਨ ਬਾਣੀ ਸਰੀਰ ਕਰਕੇ 9 ਬਰਨੌ ਸਾਹਿਬਜ਼ਾਦਾ ਜੀ ਹੋ ਗਏ, ਚੜ੍ਹਦੀ ਕਲਾ ਹਰ ਵੇ। ਸੋ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਏ। ਕਹੋ ਨਾਨਕ ਹਮ ਨੀਚ ਕ੍ਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਇਉਂ ਅਰਦਾਸ ਕਰਨ ਦਾ ਵੱਲ ਵੀ ਸਿਖਾਇਆ ਹੈ। ਤੇ ਫਿਰ ਮਹਾਰਾਜ ਆਪ ਲੱਜਾ ਰੱਖਦੇ ਨੇ। ਸੋ ਆਪਣਿਆਂ ਦੀ ਆਪ ਮਹਾਰਾਜ ਸੱਚੇ ਪਾਤਸ਼ਾਹ ਲੱਜਾ ਰੱਖਦੇ ਨੇ। ਜੋ ਵੀ ਸੋ ਜਗਿਆਸੂ ਦੇ ਮਨ ਵਿੱਚ ਖਾਸ਼ ਹੁੰਦੀ ਪੂਰੀ ਕਰਦੇ ਹਨ ਸੱਚੇ ਪਾਤਸ਼ਾਹ। ਦੁੱਖ ਦੂਰ ਕਰਦੇ ਨੇ, ਸੁੱਖ ਦਿੰਦੇ ਹਨ, ਕਾਰਜ ਰਾਸ ਕਰਦੇ ਨੇ ਮਨ ਵਿੱਚ ਚਿਤਵੇ ਹੋਏ। ਜਿਨ ਆਪਣੇ ਨਾਮ ਕੀ ਪੈਜ ਰਖਾਈ, ਜਿਨ੍ਹਾਂ ਸਤਿਗੁਰਾਂ ਆਪਣੇ ਨਾਮ ਦੀ ਪੈਜ ਲੱਜਾ ਰਖਾਈ। ਸੱਚੇ ਪਾਤਸ਼ਾਹ ਜੀ ਨੇ ਆਪ ਮਿਹਰ ਕੀਤੀ ਹੈ। ਕਿਉਂ ਇਹ ਸ਼ੁਕਰਾਨੇ ਵਜੋਂ ਕਿ ਗੁਰਸਿੱਖ ਜਿਵੇਂ ਜਿਵੇਂ ਕਮਾਈ ਕਰਦਾ ਨਾਮ ਦੀ, ਸਤਿਗੁਰੂ ਦੇ ਬਖਸ਼ੇ ਨਾਮ ਦੀ, ਉਹਦੀਆਂ ਕੀ ਰਹਿਮਤਾਂ ਹੁੰਦੀਆਂ ਨੇ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਜੀ। ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤਹੁ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਾਹਿਬ ਤੇਰੀ ਰਾਸ। ਤੁਮ ਆਪ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਕੋਈ ਨ ਜਾਣੈ ਤੁਮਰਾ ਅੰਤ। ਚੇਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤਮ ਤੇ ਹੋਏ ਸੋ ਆਗਿਆਕਾਰੀ, ਨਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਜੀ ਸਹਾਇ। ਵਾਰ ਸ੍ਰੀ ਗੁਰੂ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਤਿ
ਵਾਹਿਗੁਰੂ ਜੀ। ਹੋਵੈ ਸਿਫਤ ਖਸਮ ਦੀ, ਨੂਰ ਅਰਸਹ ਕੁਰਸਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮੋ ਚਿਤਾਰੇ। ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ। ਜਾ ਕੀ ਧੀਰਕ ਇਸ ਮਨਹ ਸਧਾਰੇ। ਜਾ ਕੈ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸਰਣ ਨਾਨਕ ਤਿਨ ਸਦ ਬਲਿਹਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸਰਣ ਨਾਨਕ ਤਿਨ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਰਣਾ ਸਵਨਾ ਨਾ ਪਰੇਸ਼ਾਨੀ ਬਾਹੇ तुम साच ते आवो हो मुग्ध मना तुम साच ते आवो हो मुग्ध मना ता सुख पावो हो मेरे मना रमो गोविंद रमण जोग तुम रमो गोविंद रमण जोग
ਜਿਤ ਰਵਿਐ ਸੁਖ ਸਹਿਜ ਭੋਗ, ਜਿਤ ਰਵਿਐ ਸੁਖ ਸਹਿਜ ਭੋਗ, ਤੁਮ ਰਮ ਹੱਥ ਧਰਿਓ ਸਮਰਾਟ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਾਥ ਕੀਓ ਰਾਮਦਾਸ ਗੁਰੂ ਹਰ ਸਾਥ ਸਮਰੱਥ ਗੁਰੂ ਸਿਰ ਕੀਓ ਰਾਮਦਾਸ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਾਥ ਕੀਓ ਰਾਮਦਾਸ ਗੁਰੂ ਹਰ ਸਾਥ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਭਰਿਓ ਜਿਸ ਦੇਖ ਚਰਨ ਅਗਨ ਭਰਿਓ ਰਾਮਦਾਸ ਗੁਰੂ ਹਰ ਸਾਥ ਕੀਓ ਰਾਮਦਾਸ ਗੁਰੂ ਹਰ ਸਾਥ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਇਸ ਬਾਸਰੇਕ ਸਮਾਨ ਧਿਆਨ ਨਿਸ ਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਆਨ ਡਰਿਓ
सो नाम सुने सुत पान डरियो रामदास गुरु हर सत कियो रामदास गुरु हर सत कियो सम्राट गुरु सिर हाथ धरियो सम्राट गुरु सिर हाथ धरियो रामदास गुरु हर सत कियो रामदास गुरु हर सत कियो सम्राट गुरु सिर हाथ धरियो सम्राट गुरु सिर हाथ धरियो दास सुहास जगत गुरु की दास सुहास जगत गुरु की दास सुहास जगत गुरु की सुहास जगत गुरु की जगत गुरु की पारस भेंट पारस करियो पारस भेंट परस करियो परस करियो दास सुआस जगत गुरु की दास सुआस जगत गुरु की पारस भेंट परस करियो पारस भेंट परस करियो रामदास गुरु हर सत कियो रामदास गुरु हर सत कियो सम्राट गुरु सिर हाथ धरियो सम्राट गुरु सिर हाथ धरियो सम्राट गुरु सिर हाथ धरियो सिर हाथ धरियो गुरु सिर हाथ धरियो सम्राट गुरु सिर हाथ धरियो सम्राट गुरु सिर गुरु सिर हाथ धरियो सिर हाथ धरियो सम्राट गुरु सिर हाथ धरियो सम्राट गुरु सिर हाथ धरियो
सत कियो रामदास गुरु हर सत कियो समरथ गुरु सिर हथ धरियो अपने मेहर कर अपने मेहर कर अपने मेहर कर अपने मेहर कर सबे दी समान सबे दी समान अपने मेहर कर अपने मेहर कर अपने मेहर कर अपने मेहर कर सबे दी समान सबे दी समान अपने मेहर कर अपने मेहर कर अपने मेहर कर अपने मेहर कर अन्न पानी मोचे उपाय अन्न पानी मोचे उपाय दुख दाल दुकान तार दुख दाल दुकान तार अपने मेहर कर अपने मेहर कर अपने मेहर कर अपने मेहर कर सबे दी समान सबे दी समान अपने मेहर कर अपने मेहर कर अपने मेहर कर अपने मेहर कर हरदास सुने दातार हरदास सुने दातार होई से सट ठार होई से सट ठार अपने मेहर कर अपने मेहर कर अपने मेहर कर अपने मेहर कर सबेरी समान सबेरी समान अपने मेहर कर अपने मेहर कर अपने
ਮਿਹਰ ਕਰ ਆਪਣੇ ਮਿਹਰ ਕਰ ਮਿਹਰ ਕਰ लेवो कंठ लगाए लेवो कंठ गाए लेवो कंठ लगाए लेवो कंठ लगाए आपदा सब खाद आपदा सब खाद अपने मेहर कर अपने मेहर कर अपने मेहर कर अपने मेहर कर सबे दी समान सबे दी समान अपने मेहर कर अपने मेहर कर अपने मेहर कर अपने मेहर कर नानक नाम ते आए नानक नाम ते आए प्रभ का सफल घर प्रभ का सफल घर अपने मेहर कर अपने मेहर कर अपने मेहर कर अपने मेहर कर ना मैला ना धुंधला ना भगवान कछ नानक लालो लाल है सच रता सच किथों विखै रह गए मैं समावे रीजन सब कसम के कौन किंद पावे कहन ठहन सुन नित से बख्शावे अगम गोचर साहिब दूसर लावे सच पूरे गोरे उपदेसे नानक सुनावे सच पूरे गोरे उपदेसे नानक सुनावे किथों उपदे के रखे के मैं समावे जी जन सब कसम के कौन कीमत पावे कहन ध्यान सुन नित से पग सुहावे अगम गोचर साखे बोध सुलभ न लावे सच पूरे गुरे उपदेसिया नानक सुना श्लोक पवन गुरु पाणी पिता माता धरत महत दिसरा दाई दाया खेले सगल जगत चंगे आइया बुरे आइया वाचे धर्मा दूर करमी आपो अपनी के नेड़े के दूर जिनी नाम ते आया गए मसकत काल नानक ते मुखे उजले खेती छुटी नाल जिने नाम ते आया गए मसकत काल नानक ते मुख उजले खेती छुटी नाल वाहिगुरु जी का खालसा वाहिगुरु जी की फतेह।
ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀ। प्रिय
कवन 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 गुण कहिए कवन 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 गुण कहिए आत नहीं किछ पाए आत नहीं किछ पाए आप मुकत मोह तारे आप मुकत मोह तारे आप मुकत मोह तारे आप मुकत मोह तारे ऐसे गुर को बल बल जाइए ऐसे गुर को बल बल जाइए लाख 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 कई को लाख 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 कई को है ऐसो विचार को है ऐसो विचार आप मुकत मोह तारे आप मुकत मोह तारे ऐसे गुर को बल बल जाइए ऐसे गुर को बल बल जाइए विषम 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 ही पई है विषम 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 ही पई है लाल गुलाल रंगारे लाल गुलाल रंगारे आप मुकत मोह तारे आप मुकत मोह तारे आप मुकत मोह तारे आप मुकत मोह तारे ऐसे गुर को बल बल जाइए ऐसे गुर को बल बल जाइए कहो नानक संतन रस आई है कहो नानक संतन रस आई है जो चाख दूंगा मुस्कारे जो चाख दूंगा मुस्कान आप मुकत मोह तारे
ऐसे गुर को बल बल जाइए नारायण नरपत नमस्कार ऐसे गुर को बल बल जाइए आप मुकत मोहे तारे लाख 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 कई को रे को है ऐसो विचारे विषम 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 ही पई है लाल गुलाल रंगारे कहो नानक संतन रस आई है जो चाख गूंगा